ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਆਓ ਚਿਹਰਿਆਂ ਦੀ ਮੁਸਕਰਾਹਟ ਨੂੰ ਰੱਖਦੇ ਹੋਏ ਬਰਕਰਾਰ ਕਰਦੇ ਹੋਏ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਸਾਨੂੰ ਅੱਜ ਦਾ ਇੱਕ ਹੋਰ ਦਿਨ ਦਿੱਤਾ। ਵੱਧਦੇ ਹਾਂ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਪ੍ਰਤੀਯੋਗਤਾ ਰੱਖੀ ਗਈ, ਇੱਕ ਕੰਪੀਟੀਸ਼ਨ ਰੱਖਿਆ ਗਿਆ ਪੇਂਟਿੰਗ ਬਣਾਉਣ ਦਾ, ਤੇ ਇਹਦੇ ਵਿੱਚ ਵਿਸ਼ਾ ਰੱਖਿਆ ਗਿਆ ਖੁਸ਼ੀ, ਹੈਪੀਨੈਸ। ਉਸ ਏਰੀਏ ਦੇ ਚੜ੍ਹਦੇ ਤੋਂ ਚੜ੍ਹਦੇ ਵਧੀਆ ਤੋਂ ਵਧੀਆ ਪੇਂਟਰ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣ ਦੇ ਲਈ ਆਏ। ਵਜ੍ਹਾ ਇਹ ਸੀ ਕਿ ਇਨਾਮ ਬਹੁਤ ਵੱਡਾ ਰੱਖਿਆ ਗਿਆ। ਸਾਰਿਆਂ ਨੂੰ ਖੂਬ ਸਮਾਂ ਦਿੱਤਾ ਗਿਆ ਤੇ ਇਹਨਾਂ ਦੇ ਵਿੱਚੋਂ ਜਿਹੜੀ ਅਵਲ ਪੇਂਟਿੰਗ ਆਊਗੀ ਉਹਨੂੰ ਭਾਰੀ ਇਨਾਮ ਵੀ ਦਿੱਤਾ ਜਾਊਗਾ। ਤੇ ਸਭ ਤੋਂ ਵੱਡੀ ਗੱਲ, ਇਸ ਸ਼ਹਿਰ ਦੀ ਆਰਟ ਗੈਲਰੀ ਦੇ ਵਿੱਚ ਉਹਨੂੰ ਥਾਂ ਮਿਲੇਗੀ, ਸਭ ਤੋਂ ਸਰਵੋਤਮ ਥਾਂ। ਸਾਰਿਆਂ ਨੇ ਆਪੋ ਆਪਣੀ ਵਾਹ ਲਾਈ। ਇੱਕ ਗਰੀਬੜਾ ਜਿਹਾ ਪਿੰਡ ਤੋਂ ਲੜਕਾ ਉਹ ਵੀ ਇਹਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ। ਇਹ ਕੰਪੀਟੀਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਕਾਫੀ ਲੋਕ ਅੰਦਾਜ਼ਾ ਲਾਉਣਾ ਸ਼ੁਰੂ ਕਰ ਗਏ ਕਿ ਆ ਫਲਾਣਾ ਜਿੱਤੂਗਾ, ਫਲਾਣਾ ਜਿੱਤੂਗਾ। ਬੜੀ ਤਾਕ ਸੀ ਕਈਆਂ ਦੀ, ਕਈ ਦੂਰ ਦਰੇਡਿਓਂ ਵੀ ਪਹੁੰਚੇ। ਇਸ ਤੋਂ ਪਹਿਲਾਂ ਤੱਕ ਉਸ ਲੜਕੇ ਦਾ ਸਾਰੇ ਮਜ਼ਾਕ ਉਡਾ ਰਹੇ ਸੀ। ਉਹ ਜਿਹੜੇ ਆਪਣੇ ਆਪ ਨੂੰ ਬੜਾ ਧਨੰਤਰ ਸਮਝਦੇ ਸੀ, ਉਹਨਾਂ ਨੂੰ ਲੱਗਦਾ ਸੀ ਕਿ ਛੋਟੀ ਜਿਹੀ ਉਮਰ ਦਾ ਲੜਕਾ ਇਹ ਕੀ ਕਰੇਗਾ, ਇਹਦੇ ਕੋਲ ਕੀ ਹੋਣਾ। ਪਰ ਹੋਇਆ ਇਹ ਕਿ ਉਹਦੀ ਪੇਂਟਿੰਗ ਨੂੰ ਪਹਿਲਾ ਦਰਜਾ ਦੇ ਦਿੱਤਾ ਗਿਆ, ਯਾਨੀ ਕਿ ਫਸਟ ਕਰਾਰ ਦੇ ਦਿੱਤਾ ਗਿਆ। ਇੱਕ ਤਾਂ ਉਹ ਉਮਰ ਦੇ ਵਿੱਚ ਨਿੱਕਾ, ਦੂਸਰਾ ਉਹਦੀ ਪੇਂਟਿੰਗ ਵੀ ਕਿਸੇ ਨੂੰ ਪਸੰਦ ਨਹੀਂ ਸੀ ਆਈ, ਪਰ ਉਹਦੇ ਬਾਵਜੂਦ ਵੀ ਉਹਦੀ ਪੇਂਟਿੰਗ ਨੂੰ ਇਹ ਇਨਾਮ ਕਿੱਦਾਂ ਰੱਖ ਦਿੱਤਾ ਗਿਆ, ਉਹਦੀ ਪੇਂਟਿੰਗ ਨੂੰ ਜੇਤੂ ਕਰਾਰ ਕਿੱਦਾਂ ਕਰ ਦਿੱਤਾ ਗਿਆ। ਇਸ ਚੀਜ਼ ਦੇ ਉੱਤੇ ਸਾਰੇ ਆਪਣੀ ਹੇਠੀ ਸਮਝ ਰਹੇ। ਇੱਕ ਤਾਂ ਉਹਨਾਂ ਦੀ ਹੈਂਕੜਬਾਜੀ ਬਹੁਤ ਜੀ, ਉਹ ਨਹੀਂ ਸੀ ਉਹਨਾਂ ਨੂੰ ਖਲੋਣ ਦਿੰਦੀ। ਦੂਸਰਾ ਬੇਇੱਜ਼ਤੀ ਮਹਿਸੂਸ ਕਰ ਰਹੇ ਸੀ ਆਪਣੀ। ਵੈਸੇ ਵੇਖਣ ਦੇ ਵਿੱਚ ਬਾਕੀ ਦੀਆਂ ਪੇਂਟਿੰਗਾਂ ਵਾਕਈ ਉਸ ਲੜਕੇ ਤੋਂ ਬਹੁਤ ਸੋਹਣੀਆਂ ਸੀ। ਖੁਸ਼ੀ ਦੇ ਨਾਂ ਦੇ ਉੱਤੇ ਉਹਨਾਂ ਨੇ ਕੁਦਰਤ ਦੇ ਬਹੁਤ ਹੀ ਸੁੰਦਰ ਦ੍ਰਿਸ਼ ਚਿੱਤਰੇ, ਚਾਰ ਚੁਫੇਰੇ ਹਰਿਆਲੀ ਵਿਖਾਈ। ਕਈਆਂ ਨੇ ਪੰਛੀ ਖੁਸ਼ੀ ਦੇ ਵਿੱਚ ਨੱਚਦੇ ਵਿਖਾਏ, ਕਈਆਂ ਨੇ ਜਾਨਵਰ ਆਪਣੀ ਖੁਸ਼ੀ ਦੇ ਵਿੱਚ ਝੂਮਦੇ ਵਿਖਾਏ, ਕਈਆਂ ਨੇ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਇਕੱਠੀ ਖੁਸ਼ੀ ਵਿਖਾਈ। ਬਾਰਿਸ਼ ਪੈ ਰਹੀ ਆ, ਖੁਸ਼ ਹੋ ਰਹੇ ਨੇ। ਤੇ ਜੇ ਕੋਈ ਆਮ ਬੰਦਾ ਵੇਖੇ ਤੇ ਵਾਕਈ ਉਸ ਲੜਕੇ ਦੀ ਪੇਂਟਿੰਗ ਇਹਨਾਂ ਸਾਰਿਆਂ ਦੇ ਸਾਹਮਣੇ ਕਿਤੇ ਵੀ ਸਟੈਂਡ ਨਹੀਂ ਸੀ ਕਰਦੀ। ਹੌਲੀ ਹੌਲੀ ਗੈਲਰੀ ਦੇ ਵਿੱਚ ਇਹ ਰੌਲਾ ਪੈਣ ਲੱਗਾ, ਹਾਲ ਦੇ ਵਿੱਚ ਇਹ ਰੌਲਾ ਪੈਣ ਲੱਗਾ ਕਿ ਇਹ ਪੱਖਪਾਤ ਕੀਤਾ ਗਿਆ, ਜਾਣ ਬੁੱਝ ਕੇ ਇਸ ਲੜਕੇ ਨੂੰ ਫਸਟ ਦਿੱਤਾ ਗਿਆ। ਇਹਦੇ ਉੱਤੇ ਸਾਨੂੰ ਵਿਰੋਧ ਕਰਨਾ ਚਾਹੀਦਾ। ਪਹਿਲਾਂ ਜਿਹੜੇ ਆਪਸ ਦੇ ਵਿੱਚ ਖਿਲਰੇ ਫਿਰਦੇ ਸੀ, ਹੁਣ ਉਹ ਸਾਰੇ ਦੇ ਸਾਰੇ ਪੇਂਟਰ ਇਕੱਠੇ ਹੋ ਗਏ ਨੇ। ਪਹਿਲਾਂ ਜਿੱਥੇ ਉਹਨਾਂ ਦੀ ਹਉਮੈ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਉੱਤੇ ਲੱਗੀ ਸੀ, ਹੁਣ ਉਹ ਸਾਰੇ ਇਕੱਠੇ ਹੋ ਕੇ ਇਸ ਜੱਜਮੈਂਟ ਦੇ ਖਿਲਾਫ ਬੋਲ ਰਹੇ ਨੇ। ਸਾਰਿਆਂ ਨੇ ਵਿਚਾਰ ਕੀਤਾ ਕਿ ਲਿਖਤੀ ਰੂਪ ਦੇ ਵਿੱਚ ਇੱਕ ਕੰਪਲੇਂਟ ਦਿੱਤੀ ਜਾਵੇ। ਸਾਰਿਆਂ ਨੇ ਇੱਕ ਪੱਤਰ ਲਿਖਿਆ ਤੇ ਜਾ ਕੇ ਜੱਜ ਸਾਹਿਬਾਨਾਂ ਦੇ ਸਾਹਮਣੇ ਰੱਖ ਦਿੱਤਾ। ਸਾਨੂੰ ਇੰਨਾ ਸਮਾਂ ਹੋ ਗਿਆ ਪੇਂਟਿੰਗ ਬਣਾਉਂਦਿਆਂ, ਇੰਨੇ ਚਿਰ ਦਾ ਸਾਨੂੰ ਤਜਰਬਾ। ਸਾਡੇ ਵਿੱਚੋਂ ਕਿਸੇ ਨੂੰ ਵੀ ਕੱਢ ਦਿੰਦੇ ਤੇ ਸਾਨੂੰ ਸ਼ਾਇਦ ਇੰਨਾ ਇਤਰਾਜ਼ ਨਾ ਹੁੰਦਾ। ਇਹ ਪਈਆਂ ਨੇ ਸਾਰੀਆਂ ਪੇਂਟਿੰਗਸ, ਜਰਾ ਸਾਨੂੰ ਸਮਝਾਓਗੇ ਕਿ ਇਹ ਤੁਹਾਨੂੰ ਗਲਤੀ ਲੱਗੀ ਹੈ ਜਾਂ ਵਾਕਈ ਤੁਸੀਂ ਇਸ ਪੇਂਟਿੰਗ ਨੂੰ ਫਸਟ ਕੱਢਿਆ। ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਬਹੁਤ ਸਿਆਣਾ ਜੱਜ ਸੀ, ਜਿਹਨੇ ਉਚੇਚੇ ਤੌਰ ਦੇ ਉੱਤੇ ਇਸ ਜੱਜਮੈਂਟ ਦੇ ਲਈ ਆਉਣਾ ਸੀ। ਉਹਨੇ ਬੜੇ ਪਿਆਰ ਦੇ ਨਾਲ ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ ਉਹ ਪੇਂਟਿੰਗਾਂ ਦਿਖਾਈਆਂ। ਇਹ ਤੁਸੀਂ ਬਣਾਈਆਂ? ਹਾਂਜੀ। ਇਹਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਖੁਸ਼ੀ ਨੂੰ, ਹੈਪੀਨੈਸ ਨੂੰ ਡਿਫਾਈਨ ਕੀਤਾ। ਆਓ ਸਾਰਿਆਂ ਦੀ ਵੇਖਣ ਤੋਂ ਬਾਅਦ ਹੁਣ ਆਪਾਂ ਉਸ ਲੜਕੇ ਦੀ ਪੇਂਟਿੰਗ ਵੱਲ ਜਾਂਦੇ ਹਾਂ। ਤੁਹਾਨੂੰ ਇਤਰਾਜ਼ ਕਿਹੜੀ ਗੱਲ ਦੇ ਉੱਤੇ ਆ? ਤੇ ਉਹਨਾਂ ਨੇ ਝੱਟ ਕਿਹਾ, ਵੇਖੋ
ਇਹਦੇ ਵਿੱਚ ਖੁਸ਼ੀ ਤੁਹਾਨੂੰ ਕਿੱਥੇ ਨਜ਼ਰ ਆਉਂਦੀ ਹੈ? ਇਹ ਲੜਕਾ ਕੀ ਵਿਖਾ ਰਿਹਾ ਵਾ? ਹਨੇਰੀਆਂ ਝੱਖੜ ਵਗ ਰਹੇ ਨੇ, 4 ਚੁਫੇਰੇ ਪੱਤੇ ਉੱਡ ਰਹੇ ਨੇ, ਲੋਕਾਂ ਦੇ ਸਮਾਨ ਉੱਡ ਰਹੇ ਨੇ, ਰੁੱਖ ਹਵਾਵਾਂ ਦੇ ਨਾਲ ਦੂਰੇ ਹੁੰਦੇ ਜਾ ਰਹੇ ਨੇ। 4 ਚੁਫੇਰੇ ਜਿੱਦਾਂ ਹੁਣੇ ਕੋਈ ਤੂਫਾਨ ਆਇਆ ਕਿ ਹੁਣੇ ਆਇਆ, ਬੱਦਲ ਗਰਜ ਰਹੇ ਨੇ। ਕੀ ਇਹਨੂੰ ਤੁਸੀਂ ਖੁਸ਼ੀ ਕਹੋਗੇ? ਤੇ ਇੱਕ ਸਾਈਡ ਦੇ ਉੱਤੇ ਇੱਕ ਟੁੱਟਾ ਜਿਹਾ ਘਰ, ਲੱਗ ਰਿਹਾ ਇਹਦੀ ਛੱਤ ਹੁਣੇ ਉੱਡੀ ਕਿ ਹੁਣੇ ਉੱਡੀ। ਇੱਦਾਂ ਦੀ ਪੇਂਟਿੰਗ ਦੇ ਵਿੱਚ ਤੁਹਾਨੂੰ ਖੁਸ਼ੀ ਕਿੱਥੇ ਨਜ਼ਰ ਆਈ ਹੈ? ਸਾਨੂੰ ਹੈਰਾਨੀ ਹੈ ਇਸ ਚੀਜ਼ ਦੇ ਉੱਤੇ। ਤੇ ਉਸ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਕਿਹਾ, ਹੁਣ ਤੁਸੀਂ ਮੇਰੀ ਨਜ਼ਰ ਨਾਲ ਵੇਖਣ ਦੀ ਕੋਸ਼ਿਸ਼ ਕਰੋ। ਜੋ ਤੁਸੀਂ ਕਹਿ ਰਹੇ ਹੋ ਉਹ ਸਾਰਾ ਕੁਝ ਠੀਕ ਹੈ, ਇਸ ਪੇਂਟਿੰਗ ਦੇ ਵਿੱਚ ਕਿਤੇ ਵੀ ਕੋਈ ਖੁਸ਼ੀ ਨਜ਼ਰ ਨਹੀਂ ਆਉਂਦੀ, ਪਰ ਮੈਨੂੰ ਇਸ ਪੇਂਟਿੰਗ ਦੇ ਵਿੱਚ ਸਭ ਤੋਂ ਵੱਧ ਖੁਸ਼ੀ ਨਜ਼ਰ ਆਈ। ਉਹ ਜਿਹੜਾ ਛੋਟਾ ਜਿਹਾ ਘਰ ਤੁਸੀਂ ਗੱਲ ਕਰ ਰਹੇ ਹੋ, ਉਸੇ ਘਰ ਦੀ ਇਹ ਛੋਟੀ ਜਿਹੀ ਖਿੜਕੀ ਦੇ ਵਿੱਚ ਇਸ ਵਿਅਕਤੀ ਨੇ ਅੰਦਰ ਇੱਕ ਚਿਹਰਾ ਬਣਾਇਆ। ਜਰਾ ਗੌਰ ਦੇ ਨਾਲ ਵੇਖੋ ਇਸ ਘਰ ਦੇ ਮਾਲਕ ਦਾ ਚਿਹਰਾ, ਕਿੰਨੀ ਸੰਤੁਸ਼ਟੀ ਉਹਦੇ ਚਿਹਰੇ ਦੇ ਉੱਤੇ, ਕਿੰਨੀ ਖੁਸ਼ੀ। ਇੰਨਾ ਸਾਰਾ ਕੁਛ ਤੂਫਾਨੀ ਹੋਣ ਦੇ ਉੱਤੇ, ਇੰਨਾ ਮੌਸਮ ਖਰਾਬ ਹੋਣ ਦੇ ਉੱਤੇ, ਜਦੋਂ ਤੁਹਾਨੂੰ ਵੇਖ ਕੇ ਲੱਗ ਰਿਹਾ ਹੋਵੇ ਕਿ ਇਹਦਾ ਘਰ ਹੁਣ ਟੁੱਟਾ ਕਿ ਹੁਣ ਟੁੱਟਾ, ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਚਿਹਰੇ ਦੇ ਉੱਤੇ ਖੁਸ਼ੀ ਹੈ, ਇਹਦੇ ਚਿਹਰੇ ਦੇ ਉੱਤੇ ਸੰਤੁਸ਼ਟੀ ਹੈ? ਹਾਲੇ ਤੱਕ ਵੀ ਉਹਨੇ ਆਪਣਾ ਸੰਯਮ ਬਣਾ ਕੇ ਰੱਖਿਆ। ਕੀ ਤੁਹਾਨੂੰ ਇਹ ਬਿਲਕੁਲ ਨਜ਼ਰ ਨਹੀਂ ਆਇਆ ਇਸ ਪੇਂਟਿੰਗ ਦੇ ਵਿੱਚ? ਤੇ ਹੁਣ ਸਾਰੇ ਇੱਕ ਦੂਸਰੇ ਦੇ ਮੂੰਹ ਵੱਲ ਵੇਖ ਰਹੇ ਨੇ। ਹਾਂ ਵਾਕਈ, ਕਿਉਂਕਿ ਇੰਨੀ ਬਰੀਕੀ ਦੇ ਵਿੱਚ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਤੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਖੁਸ਼ੀ ਬੰਦੇ ਦੇ ਅੰਦਰ ਹੁੰਦੀ ਹੈ। ਕਿੱਦਾਂ ਦੀਆਂ ਵੀ ਮੁਸੀਬਤਾਂ, ਕਿੱਦਾਂ ਦੇ ਵੀ ਪਹਾੜ ਤੁਹਾਡੀ ਜ਼ਿੰਦਗੀ 'ਚ ਚੱਲ ਰਹੇ ਹੋਣ, ਤੁਹਾਨੂੰ ਲੱਗ ਰਿਹਾ ਹੋਵੇ ਕਿ ਬਹੁਤ ਔਖਾ ਸਮਾਂ ਬਾਹਰੋਂ, ਪਰ ਅੰਦਰ, ਇਸ ਘਰ ਦੇ ਅੰਦਰ, ਯਾਨੀ ਕਿ ਸਾਡੇ ਸਰੀਰ ਦੇ ਅੰਦਰ ਸਾਡਾ ਇੱਕ ਕੋਮਲ ਜਿਹਾ ਮਨ, ਕੋਮਲ ਜਿਹਾ ਹਿਰਦਾ, ਉਹ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਬਾਹਰੋਂ ਜੋ ਮਰਜ਼ੀ ਤੁਸੀਂ ਦਿਖੀ ਜਾਓ, ਬਾਹਰੋਂ ਤਾਂ ਬਹੁਤ ਲੋਕ ਝੂਠੀ ਸਮਾਈਲ ਵੀ ਵਿਖਾ ਦਿੰਦੇ ਆ। ਤੁਸੀਂ ਕਈ ਵਾਰੀ ਕਈਆਂ ਦੀ ਜ਼ਬਾਨੋਂ ਜੱਜ ਹੀ ਨਹੀਂ ਕਰ ਪਾਉਂਦੇ ਕਿ ਉਹ ਕਿੰਨੇ ਕੁ ਤੁਹਾਡੇ ਨਾਲ ਸੱਚੇ ਨੇ, ਕਿੰਨੇ ਕੁ ਝੂਠੇ ਨੇ, ਕਿੰਨੇ ਕੁ ਇਮਾਨਦਾਰ ਹੋਣਗੇ ਤੁਹਾਡੇ ਨਾਲ ਕੱਲ੍ਹ ਤੋਂ। ਗੱਲ ਹੈ ਸਾਰੀ ਅੰਦਰ ਦੀ। ਉਸੇ ਤਰ੍ਹਾਂ ਦੇ ਨਾਲ ਇਹ ਵਿਅਕਤੀ ਜੋ ਸ਼ਾਇਦ ਉਸ ਘਰ ਦਾ ਮਾਲਕ ਆ, ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਬਿਲਕੁਲ ਸ਼ਾਂਤ ਹੈ ਚਿਹਰੇ ਤੋਂ, ਮੁਸਕਰਾਹਟ ਉਹਦੇ ਚਿਹਰੇ ਦੇ ਉੱਤੇ ਬਰਕਰਾਰ ਹੈ। ਇਹਨੂੰ ਕਹਿੰਦੇ ਨੇ ਖੁਸ਼ੀ, ਇਹਨੂੰ ਕਹਿੰਦੇ ਨੇ ਹੈਪੀਨੈਸ, ਜਿਹੜੀ ਤੁਹਾਡੇ ਅੰਦਰੋਂ ਨਿਕਲਦੀ ਹੈ। ਜੋ ਤੁਸੀਂ ਵਿਖਾਇਆ ਉਹ ਤੁਸੀਂ ਵਿਖਾਇਆ ਬਾਹਰੋਂ। ਉਹ ਖੁਸ਼ੀ ਅਸਥਾਈ ਹੋ ਸਕਦੀ ਹੈ, ਸਥਾਈ ਨਹੀਂ ਹੋ ਸਕਦੀ। ਸੋ ਫਿਰ ਆਪਾਂ ਵੀ ਉਹ ਖੁਸ਼ੀ ਆਪਣੇ ਅੰਦਰ ਲੈ ਕੇ ਆਉਂਦੇ ਹਾਂ ਜਿਹੜੀ ਹਮੇਸ਼ਾ ਸਾਡੇ ਅੰਦਰ ਬਰਕਰਾਰ ਰਹੇ। ਖੁਸ਼ ਹੋਣਾ ਤੇ ਅੰਦਰੋਂ ਹੋਵੋ, ਅੰਦਰ ਤੁਹਾਡਾ ਟਿਕਿਆ ਹੋਵੇ ਤੇ ਬਾਹਰ ਜੋ ਮਰਜ਼ੀ ਹੁੰਦਾ ਰਹੇ, ਫਿਰ ਕੋਈ ਫਰਕ ਨਹੀਂ ਪੈਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ, ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ।